ਚੰਡੀਗੜ੍ਹ ਮੇਅਰ ਚੋਣ ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼ 7 ਤਰੀਕ ਨੂੰ ਹੋਣ ਵਾਲੇ ਬਜਟ ਇਜਲਾਸ ਤੇ ਲਾਈ ਰੋਕ। ਚੋਣ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਹਾਈ ਕੋਰਟ ਕੋਲ ਜਮ੍ਹਾਂ ਕਰਵਾਉਣ ਦੇ ਆਦੇਸ਼। ਚੰਡੀਗੜ੍ਹ ਮੇਅਰ ਚੋਣ ਦੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਤੇ ਸੁਪਰੀਮ ਕੋਰਟ ਦੀਆਂ ਤਲਖ ਟਿੱਪਣੀਆਂ। ਵੀਡੀਓ ਦੇਖ ਕੇ ਬੋਲੇ ਚੀਫ ਜਸਟਿਸ, ਕਿਹਾ ਬੈਲਟ ਪੇਪਰ ਨਾਲ ਕੀਤੀ ਛੇੜਛਾੜ, ਉਸ ਖਿਲਾਫ ਦਰਜ ਹੋਣਾ ਚਾਹੀਦਾ ਮੁਕੱਦਮਾ, ਨਹੀਂ ਹੋਣ ਦੇਾਂਗੇ ਲੋਕਤੰਤਰ ਦਾ ਕਤਲ। ਚੰਡੀਗੜ੍ਹ ਮੇਅਰ ਚੋਣ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ, ਕਿਹਾ ਬੀਜੇਪੀ ਦੀ ਘਟੀਆ ਰਾਜਨੀਤੀ ਹੋਈ ਬੇਨਕਾਬ। ਪ੍ਰਧਾਨ ਮੰਤਰੀ ਮੋਦੀ ਦਾ ਇੰਡੀਆ ਗੱਠਜੋੜ ਤੇ ਨਿਸ਼ਾਨਾ, ਕਿਹਾ ਗੱਠਜੋੜ ਦੀ ਅਲਾਈਨਮੈਂਟ ਵਿਗੜੀ, ਕਾਂਗਰਸ ਦੀ ਰਫ਼ਤਾਰ ਨਾਲ ਕਰਦੇ ਕੰਮ ਤਾਂ ਲੱਗ ਜਾਂਦੇ 100 ਸਾਲ, ਕਾਂਗਰਸ ਇੱਕ ਹੀ ਪ੍ਰੋਡਕਟ ਨੂੰ ਵਾਰ-ਵਾਰ ਕਰ ਰਹੀ ਲਾਂਚ। ਨਿਊਜ਼ 18 ਦੇ ਖਾਸ ਸ਼ੋਅ ਚੌਪਾਲ 'ਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ ਦੇਸ਼ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਇਕਜੁੱਟ, ਆਪਸੀ ਮਤਭੇਦ ਦੇਸ਼ ਬਚਾਉਣ ਦੀ ਮੁਹਿੰਮ ਤੋਂ ਵੱਡੇ ਨਹੀਂ। बीजेपी ਦੇ 400 ਦੇ ਨਾਰੇ ਤੇ ਵੀ ਚੱਕੇ ਸਵਾਲ। ਸਿੱਧੂ ਬਾਜਵਾ ਦੀ ਟੱਸਲ ਬਹਾਨੇ ਮੁੱਖ ਮੰਤਰੀ ਮਾਨ ਦਾ ਕਾਂਗਰਸ ਤੇ ਨਿਸ਼ਾਨਾ, ਕਿਹਾ ਬਾਜਵਾ ਗੈਂਗਰੀਨ ਦਾ ਹਵਾਲਾ ਦੇ ਕੇ ਵੱਢਣਾ ਚਾਹੁੰਦੇ ਨੇ ਅੰਗੂਠਾ, ਪਰ ਕੀ ਅੰਗੂਠੇ ਬਿਨਾਂ ਪੰਜੇ ਦੀਆਂ 4 ਉਂਗਲਾਂ ਲਈ ਮੰਗਣਗੇ ਵੋਟ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕੇਜਰੀਵਾਲ ਤੇ ਨਿਸ਼ਾਨਾ। ਨਿਊਜ਼ 18 ਇੰਡੀਆ ਦੇ ਚੌਪਾਲ ਸ਼ੋਅ 'ਚ ਬੋਲੇ ਕੇਜਰੀਵਾਲ ਸਿਰਫ ਝੂਠ ਬੋਲਦੇ, ਹਰ ਖੇਤਰ 'ਚ ਇਹਨਾਂ ਦੇ ਘੁਟਾਲੇ। ਲੋਕ ਸਭਾ 'ਚ ਹਰਸਿਮਰਤ ਬਾਦਲ ਨੇ ਚੱਕਿਆ ਕਿਸਾਨਾਂ ਦਾ ਮੁੱਦਾ, ਬੋਲੇ ਪਿਛਲੇ 5 ਸਾਲਾਂ 'ਚ ਦੇਸ਼ 'ਚ ਵਧਿਆ ਕਿਸਾਨਾਂ ਸਿਰ ਖਰਚਾ, ਹਰ ਘੰਟੇ ਇੱਕ ਕਿਸਾਨ ਕਰ ਰਿਹਾ ਖੁਦਕੁਸ਼ੀ। ਕਿਸਾਨਾਂ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਦਾ ਪਲਾਨ ਤਿਆਰ, ਕਿਸਾਨ ਲੀਡਰਾਂ ਦਾ ਦਾਅਵਾ ਦੇਸ਼ ਭਰ ਦੀਆਂ 200 ਜਥੇਬੰਦੀਆਂ ਅੰਦੋਲਨ ਦਾ ਬਣਨਗੀਆਂ ਹਿੱਸਾ। ਪੰਜਾਬ ਦੇ ਕਿਸਾਨ ਸ਼ੰਭੂ, ਖਨੌਰੀ ਤੇ ਡੱਬ ਵਾਲੀ ਬਾਰਡਰ ਤੋਂ ਕਰਨਗੇ ਕੂਚ। ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ, ਗੜੇਮਾਰੀ ਕਰਕੇ ਖਰਾਬ ਹੋਈਆਂ ਫਸਲਾਂ ਦਾ ਮਿਲੇਗਾ ਮੁਆਵਜ਼ਾ, ਜਲਦ ਸ਼ੁਰੂ ਕੀਤੀ ਜਾਏਗੀ ਗਿਰਦਾਵਰੀ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 7 ਵਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਵੱਡੀ ਅਪਡੇਟ ਤੋਂ। ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਬਜਟ ਸੈਸ਼ਨ ਤੇ ਜੋ ਐਮਸੀ ਦਾ ਬਜਟ ਸੈਸ਼ਨ ਸੱਦਿਆ ਗਿਆ ਸੀ, ਉਸ ਤੇ ਰੋਕ ਲਗਾ ਦਿੱਤੀ ਹੈ। ਰੋਕ ਲਗਾਈ ਹੈ ਦੇਸ਼ ਦੀ ਸਰਵਉੱਚ ਅਦਾਲਤ ਨੇ, ਸੁਪਰੀਮ ਕੋਰਟ ਨੇ, ਯਾਨੀ ਬੁੱਧਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਬਜਟ ਸੈਸ਼ਨ ਨਹੀਂ ਹੋਏਗਾ। ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ ਔਰ ਹਾਈ ਕੋਰਟ ਦੇ ਰਜਿਸਟਰਾਰ ਨੂੰ ਇਹ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਨੇ। ਵੀਡੀਓ ਦੇਖ ਕੇ ਚੀਫ ਜਸਟਿਸ ਕਾਫੀ ਨਾਰਾਜ਼ ਹੋਏ ਨੇ ਔਰ ਐਸਸੀ ਦੀ ਮੇਅਰ ਚੋਣ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕਾਫੀ ਤਲਖ ਟਿੱਪਣੀਆਂ ਕੀਤੀਆਂ ਗਈਆਂ। ਚੀਫ ਜਸਟਿਸ ਆਫ ਇੰਡੀਆ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਹੈ ਕਿ ਬੈਲਟ ਪੇਪਰ ਦੇ ਨਾਲ ਛੇੜਛਾੜ ਹੋਈ ਹੈ ਤੇ ਪ੍ਰੈਜ਼ਾਈਡਿੰਗ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੈਜ਼ਾਈਡਿੰਗ ਅਫਸਰ ਕੈਮਰੇ ਵੱਲ ਇੱਕ ਭਗੌੜੇ ਵਾਂਗ ਕਿਉਂ ਦੇਖ ਰਿਹਾ ਹੈ, ਇਹ ਸੀਜੀਆਈ ਵੱਲੋਂ ਪੁੱਛਿਆ ਗਿਆ। ਉਹਨਾਂ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਪ੍ਰੈਜ਼ਾਈਡਿੰਗ ਅਫਸਰ ਨੂੰ ਦੱਸੋ ਕਿ ਸੁਪਰੀਮ ਕੋਰਟ ਸਭ ਕੁਝ ਦੇਖ ਰਿਹਾ ਹੈ। ਸੋ ਇਹ ਟਿੱਪਣੀਆਂ ਅੱਜ ਸੁਪਰੀਮ ਕੋਰਟ ਦੀ ਜੋ ਹੀਅਰਿੰਗ ਹੋਈ ਸੀ ਚੀਫ ਜਸਟਿਸ ਆਫ ਇੰਡੀਆ ਉੱਥੇ ਮੌਜੂਦ ਸੀ, ਉਹਨਾਂ ਵੱਲੋਂ ਇਹ ਤਲਖ ਟਿੱਪਣੀਆਂ ਇਸ ਮੌਕੇ ਤੇ ਕੀਤੀਆਂ ਗਈਆਂ। चुनाव के मामले में आज सुप्रीम कोर्ट बहुत ज्यादा नाराज दिखा। सुप्रीम कोर्ट ने वीडियो मेयर चुनाव को देखने के बाद साफ तौर से कहा कि एक लोकतंत्र की हत्या है। हमारे साथ खुद चंडीगढ़ के अटॉर्नी जनरल मौजूद हैं। सर, इस पूरी प्रक्रिया पर क्यों फिलहाल नाराज हुआ, थोड़ा एक बार बताएं। देखिए, क्योंकि पार्टी को शक था, जो पिटिशनर्स थे, कि भी ऐसी कुछ हेरा फेरी होगी, तो इससे पहले 3 रिट पिटिशंस डाली गई हाईकोर्ट में कि कोर्ट ऑब्जर्वर लगाया जाए, क्योंकि ना विड्रॉल पेपर्स एक्सेप्ट किए जा रहे हैं, ना कैंडिडेट्स की लिस्ट निकाली जा रही है, ना पासेज इशू किए जा रहे हैं। तो अंडरटेकिंग दी गई कि हम फेयर इलेक्शन कराएंगे और वीडियोग्राफी कराएंगे और ये सब जो पास देने की क्रिया है ये कल सुबह तक पूरी कर देंगे और 18 को इलेक्शन होंगे। लेकिन 18 को जो प्रिजाइडिंग ऑफिसर थे वो कहते हैं कि मैं बीमार हूं और वो चले गए, अस्पताल में दाखिल हो गए और इलेक्शन कैंसिल हो गया और बाद में उन्होंने इलेक्शन 6 फरवरी को रख दिया। तो हाईकोर्ट ने इंटरवीन करके उस इलेक्शन को पोस्टपोन किया, क्योंकि कोई कारण नहीं था पोस्टपोन करने का, और ये इलेक्शन 30 जनवरी को तक किया गया।
और 30 जनवरी को जब वीडियोग्राफी में वोट्स पोल की गई तो एक पर्टिकुलर अलायंस की वोट्स के ऊपर प्रिजाइडिंग ऑफिसर खुद अपने पेन के साथ मार्क लगा के उनको इनवैलिड करता है और उन 8 वोट्स जो हैं उनको इनवैलिड करके 20 से 12 कर देता है और 16 वाली पार्टी को डिक्लेयर्ड इलेक्टेड कर देता है। ये देखकर सुप्रीम कोर्ट ने बहुत सीरियस व्यू लिया है, नोटिस किया है नेक्स्ट मंडे के लिए। लेकिन जो फिलहाल टिप्पणियां की गई वो बहुत दूर तक इसकी आवाज जाएगी, क्योंकि उन्होंने कहा कि ये डेमोक्रेसी की हत्या है कि इस प्रकार से प्रिसाइडिंग ऑफिसर के द्वारा पेन चलाना वो अपने आप में गलत है और जिस तरह उसका एक्ट है वो फ्यूजिटिव के आधार पर है। देखिए, प्योरिटी ऑफ इलेक्शंस जो है वो किसी भी डेमोक्रेटिक कंट्री का हॉलमार्क है और जहां इलेक्शंस की प्योरिटी इस तरह इफेक्ट हुई है जबकि प्रिजाइडिंग ऑफिसर खुद डिफेस कर रहा है और उसमें सुप्रीम कोर्ट ने इसका बहुत सीरियस व्यू कहा है और कहा है कि उस प्रिजाइडिंग ऑफिसर के ऊपर हमारी नजर है। लेकिन साफ तौर से ये भी सॉलिसिटर जनरल से कहा है कि इस पूरे मामले में आप पूरी तैयारी के साथ आए। आप समझ सकते हैं कि ये मामला कितना गंभीर है, आने वाले समय में चुनाव है और अगर इस प्रकार की प्रक्रिया देखने को सुप्रीम कोर्ट के समक्ष आती है तो ये सवाल तो बड़े खड़े कर रही है। सर देखिए, ये मुद्दा तो नेशनल लेवल के ऊपर सरगर्म हो ही चुका है, लेकिन देखना ये है कि भाई सुप्रीम कोर्ट की इंटरवेंशन से मैसेज ये जाना चाहिए कि ऐसी जो हरकतें हैं ये किसी भी एडमिनिस्ट्रेटिव या पॉलिटिकल पार्टी को इंडल्ज नहीं करना चाहिए। ਤਾਂ ਬੈਲਟ ਪੇਪਰ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਛੇੜਛਾੜ ਹੋਈ ਹੈ, ਪ੍ਰੀਜ਼ਾਈਡਿੰਗ ਅਫਸਰ ਤੇ ਮੁਕੱਦਮਾ ਹੋਣਾ ਚਾਹੀਦਾ ਹੈ। ਪ੍ਰੀਜ਼ਾਈਡਿੰਗ ਅਫਸਰ ਉਹਨਾਂ ਕਿਹਾ ਕਿ ਕੈਮਰੇ ਵੱਲ ਇੱਕ ਪਕੌੜੇ ਦੀ ਤਰ੍ਹਾਂ ਦੇਖ ਰਿਹਾ ਹੈ और 19 तारीख अगली तारीख रखी गई है 19 फरवरी और 19 तारीख ਨੂੰ ਪ੍ਰੀਜ਼ਾਈਡਿੰਗ ਅਫਸਰ ਨੂੰ ਪੇਸ਼ ਹੋਣ ਦੇ ਵੀ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ। ਤਾਂ ਸੁਪਰੀਮ ਕੋਰਟ ਦੇ ਵਿੱਚ ਅੱਜ ਜੋ ਕੁਝ ਹੋਇਆ ਉਹ ਅਸੀਂ ਗ੍ਰਾਫਿਕਸ ਦੇ ਜ਼ਰੀਏ ਦੱਸ ਰਹੇ ਹਾਂ। ਚੀਫ ਜਸਟਿਸ ਨੇ ਉਹਨਾਂ ਨੇ ਕਿਹਾ, ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਵਕੀਲ ਸੀ ਆਮ ਆਦਮੀ ਪਾਰਟੀ ਵੱਲੋਂ ਪੇਸ਼ ਹੋਏ, ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਵੀਡੀਓ ਵੇਖੋ ਮਾਈ ਲਾਰਡ। ਇਹ ਗੱਲ ਉਹਨਾਂ ਵੱਲੋਂ ਕਹੀ ਗਈ। ਉਸ ਤੋਂ ਬਾਅਦ ਉਹਨਾਂ ਨੇ ਵੀਡੀਓ ਦੇਖਿਆ ਤੇ ਫਿਰ ਉਸ ਤੋਂ ਬਾਅਦ ਤਲਕ ਟਿੱਪਣੀਆਂ ਜਿਹੜੀਆਂ ਸੀ ਉਹ ਸੁਪਰੀਮ ਕੋਰਟ ਵੱਲੋਂ ਚੀਫ ਜਸਟਿਸ ਆਫ ਇੰਡੀਆ ਵੱਲੋਂ ਕੀਤੀਆਂ ਗਈਆਂ। ਚੰਡੀਗੜ੍ਹ ਮੇਅਰ ਚੋਣ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਸਵਾਗਤ ਕੀਤਾ ਗਿਆ। ਦੋਨਾਂ ਨੇ ਕਿਹਾ ਕਿ ਸਰਵਉੱਚ ਅਦਾਲਤ ਦੇ ਫੈਸਲੇ ਨਾਲ ਬੀਜੇਪੀ ਦੀ ਘਟੀਆ ਰਾਜਨੀਤੀ ਬੇਨਕਾਬ ਹੋਈ ਹੈ। बड़े स्पष्ट और करेक्ट ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਹੈ ਕਿ ਸਾਰਾ ਪ੍ਰੋਸੈਸ ਹੈਂਡ ਓਵਰ ਟੂ ਦਾ ਰਜਿਸਟਰਾਰ ਆਫ ਹਾਈ ਕੋਰਟ, ਬਜਟ ਸੈਸ਼ਨ ਤੇ ਸਟੇ ਲਾਤੀ ਔਰ ਆਉਣ ਵਾਲੇ 12 ਫਰਵਰੀ ਨੂੰ ਇਹ ਤੇ ਫੈਸਲਾ ਸੁਣਾਇਆ ਜਾਊਗਾ। ਉਸ ਦਿਨ ਦੇਸ਼ ਦੇ ਲੋਕਾਂ ਨਾਲ, ਚੰਡੀਗੜ੍ਹ ਦੇ ਲੋਕਾਂ ਨਾਲ ਨਿਆਂ ਹੋਊਗਾ, ਦੇਸ਼ ਦੀ ਲੋਕਸ਼ਾਹੀ ਨਾਲ ਨਿਆਂ ਹੋਊਗਾ। ਲੇਕਿਨ ਜਿਹੜਾ ਅੱਜ ਤਮਾਚਾ ਔਰ ਜਿਹੜਾ ਅੱਜ ਐਕਸਪੋਜ਼ਰ ਭਾਰਤੀ ਜਨਤਾ ਪਾਰਟੀ ਦੀ ਘਟੀਆ ਔਰ ਲੋਕਸ਼ਾਹੀ ਦੇ ਕਤਲ ਕਰਨ ਵਾਲੀ ਰਾਜਨੀਤੀ ਦਾ ਹੋਇਆ ਹੈ, ਉਹ ਵੀ ਦੇਸ਼ ਦੇ ਲੋਕ बड़ी बेसब्री ना इंतजार कर रहे थे। जो चंडीगढ़ में मेयर चुनाव का मामला है वो सर्वोच्च न्यायालय के समक्ष था। बहुत ही जो स्कैथिंग रिमार्क्स किए हैं और प्रिजाइडिंग ऑफिसर के अगेंस्ट, और उन्होंने कहा कि जो 7 तारीख की मीटिंग है उसको जो है वो कैंसिल किया जाए। जो नए मेयर जो सोनकर थे, जिनको हम मेयर नहीं मानते, जो मैं समझता हूं कि गलत तरीके से मेयर बने थे, उनके प्रिजाइडिंग अफसर के गलत वोटों के निशान लगाने के कारण उस मीटिंग को भी उन्होंने कैंसिल किया। 5 बजे तक रिकॉर्ड भी जो रजिस्ट्रार जनरल है यहां पर हाईकोर्ट के, उनके पास जमा कराने को कहा है। और साथ ही साथ उन्होंने बहुत ज्यादा तीखी तलक टिप्पणियां जो है प्रिजाइडिंग अफसर के रोल पर कही है। उन्होंने कहा कि ऐसे व्यक्ति के खिलाफ तो मुकदमा दर्ज होना चाहिए। मैं समझता हूं कि सुप्रीम कोर्ट ने न्याय किया है, सुप्रीम कोर्ट ने इस मैटर को समझा है, मामले की गंभीरता को समझते हुए सही फैसला जो उन्होंने, सही ऑब्जर्वेशन उन्होंने दिया है। और हमें उम्मीद है कि अगले सोमवार को जब ये मामला लगेगा तो पूरा दूध का दूध और पानी का पानी कर दिया जाएगा और चंडीगढ़ में दोबारा से मेयर चुनाव होगा और जनता के प्रतिनिधियों द्वारा चुना हुआ व्यक्ति, जिसे हमारा इंडिया अलायंस वोट डालना चाहता था, उसे मेयर बनाकर बिठाया जाएगा।
ਤੇ ਨਿਊਜ਼ 18 ਦੇ ਖਾਸ ਸ਼ੋਅ ਚੌਪਾਲ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਪਹੁੰਚੇ। ਇੰਡੀਆ ਗੱਠਜੋੜ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛੇ ਗਏ ਤਾਂ ਉਹਨਾਂ ਕਿਹਾ ਕਿ ਗੱਠਜੋੜ ਇੱਕ ਬੰਦ ਮੁੱਠੀ ਦੀ ਤਰ੍ਹਾਂ ਹੈ। ਉਹਨਾਂ ਬੀਜੇਪੀ ਦੇ 400 ਪਾਰ ਦੇ ਦਾਅਵੇ ਤੇ ਵੀ ਸਵਾਲ ਚੁੱਕੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕ ਬਣਾਉਣਗੇ, ਬੀਜੇਪੀ ਨਹੀਂ। ਉਹਨਾਂ ਕਿਹਾ ਕਿ ਬੀਜੇਪੀ ਚੰਡੀਗੜ੍ਹ ਦੇ ਮੇਅਰ ਵਾਂਗ ਵੋਟਾਂ ਦੀ ਗਿਣਤੀ ਨਾ ਕਰੇ। ਇਸ ਮੌਕੇ ਤੇ ਸੀਐਮ ਭਗਵੰਤ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਲਾਹਾਂ ਦਿੱਤੀਆਂ ਗਈਆਂ। सबका कह रहे हैं मुट्ठी है, इसमें एक उंगली को कैसे कह दोगे ये इसकी मालकिन है या ये इसकी मालकिन है या ये इसकी मालकिन है, ये इसकी मालकिन है। मुट्ठी है पूरी, अगर मुट्ठी बनेगी तो ही है। अभी तो यहाँ लड़ाई चल रही है पंजाब में, नवजोत सिद्धू और बाजवा साहब जो हैं एलओपी हैं पंजाब में, उन्होंने कहा सिद्धू के बारे में कि अगर अंगूठे में गैंग्रीन फैल जाए तो उसको काट देना चाहिए। तो मैंने कहा इसका मतलब ये तो बता दो इस बार लोग पंजे को वोट डालें या 4 उंगलियों को वोट डालोगे। मतलब आपस की लड़ाइयां बाद में लड़ लेंगे, आपस के मतभेद होंगे बाद में कर लेंगे, एक बार देश तो बचाएं। आपने खुद सुना अभी पीयूष गोयल साहब कह कर गए हैं कि वापस तो वही आ रहे हैं सरकार में, जीत के तो वही आएंगे, कॉन्फिडेंस तो उन्हीं को है। सर सभी बोलते हैं ऐसे तो, दिल्ली में भी बोलते थे इस बार इतनी पार, जब दिल्ली में चुनाव हुआ भी 15 में भी 20 में भी 20 में ही बोला इस बार इतनी पार, लेकिन दिल्ली में क्या है इस बार सिर्फ जमुना पार। तो मतलब इनके कहने से थोड़ी होता है, इनके कहने से थोड़ी होता है कि जी हम ये करेंगे हम ये जीतेंगे। जिताना तो जनता जनार्दन ने। हाँ अगर इनको पता है चंडीगढ़ के मेयर की तरह कि इतनी वोट हमारी हैं इतनी उनकी हैं उनके वाली भी हमारी हैं, फिर कुछ भी हो सकता है लोकतंत्र। लेकिन वोट तो डलवाइए और वोट सही तो डलवाइए, और डलवा लिए तो गिन तो सही लीजिए, जो भी हार गया गिन तो सही लीजिए भाई साहब। ऐसा नहीं है कि किसी के लोकतंत्र किसी ने कब्जा कर लिया या कोई, लोकतंत्र को बचाना है। और हाँ लोकतंत्र में हार जाएं कोई प्रॉब्लम नहीं, पार्टियां आती जाती रहती हैं। ਸ਼ਰਾਬ ਘੁਟਾਲੇ ਦੇ ਮਾਮਲੇ 'ਚ ਈਡੀ ਦੇ ਸੰਮਨ ਤੇ ਅਰਵਿੰਦ ਕੇਜਰੀਵਾਲ ਦੇ ਪੇਸ਼ ਨਾ ਹੋਣ ਦਾ ਮੁੱਦਾ ਵੀ ਸੋਮਵਾਰ ਨੂੰ ਗਰਮਾਇਆ ਰਿਹਾ। ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਇੱਕ ਦੂਜੇ ਨੂੰ ਨਿਸ਼ਾਨੇ ਤੇ ਲਿਆ। हम सवालों के जवाब देंगे, लेकिन बता तो दीजिए क्यों बुला रहे हो? हम कोई भागते नहीं है, हम किसी बात से काने नहीं है भाई साहब। ਇਸ ਸਵਾਲ ਸੀਐਮ ਭਗਵੰਤ ਮਾਨ ਨੇ ਸੋਮਵਾਰ ਨੂੰ ਨਿਊਜ਼ 18 ਦੇ ਮੰਚ ਤੋਂ ਪੁੱਛਿਆ। ਚੌਪਾਲ ਦੌਰਾਨ ਜਦੋਂ ਸੀਐਮ ਨੂੰ ਇਹ ਪੁੱਛਿਆ ਕਿ ਆਮ ਆਦਮੀ ਪਾਰਟੀ ਸਾਹਮਣਾ ਤੋਂ ਕਿਉਂ ਡਰਦੀ ਹੈ ਤਾਂ ਜਵਾਬ ਵਿੱਚ ਸੀਐਮ ਭਗਵੰਤ ਮਾਨ ਨੇ ਪੁੱਛਿਆ ਕਿ ਕਿਹੜੀ ਹੈਸੀਅਤ ਦੇ ਨਾਲ ਈਡੀ ਅਰਵਿੰਦ ਕੇਜਰੀਵਾਲ ਨੂੰ ਸਮਨ ਕਰ ਰਹੀ है। अगर समन जाएंगे तो जवाब देने जाएंगे, बुला किस हैसियत में रहे हो? गवाह हैं, दोषी हैं, क्या हैं पते बता तो दो। सीधा ईडी आई, चलो जी उठा के ले गए, 15 इसके खरीद लिए, 10 उसके तोड़ दिए, चलो जी हाँ वाले हाँ कहें ना वाले ना कहें, हाँ वालों की जीत हुई, चलो चलो चलो। ये क्या है? वोट डलवा लो वहां। वो कहते रहते हैं सर डिवीजन डिवीजन डिवीजन, नहीं डिवीजन करवाते। नहीं, लेकिन पब्लिक में तो यही इमेज जाती है ना कि भाई आप सवाल पूछे जा रहे हैं, आप जवाब नहीं दे रहे, आप धरना दे रहे हैं। नहीं हम सवालों के जवाब देंगे, लेकिन बता तो दीजिए क्यों बुला रहे हो, कारण क्या है, और उसी दिन क्यों बुला रहे हो जिस दिन कोई फंक्शन होता है। और ये ईडी सिर्फ यानी जवाब देने के लिए तैयार है आप? जवाब देने के लिए तैयार है, हम कोई भागते नहीं है, हम किसी बात से काने नहीं है भाई साहब। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਵਾਰ-ਵਾਰ ਸਮਨ ਹੋਣ ਤੋਂ ਬਾਅਦ ਵੀ ਪੇਸ਼ ਨਾ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਤਾਂ ਸਮਨਾਂ ਦੀ ਗਿਣਤੀ ਵੀ ਯਾਦ नहीं। ऐसी क्या मजबूरी है कि वो क्यों ईडी का सामना नहीं करते हैं, क्यों जवाब नहीं देते? वो सर्टिफिकेट देते थे मनीष सिसोदिया को, ईमानदार है, देते थे कि नहीं देते थे? कहाँ है आजकल वो? कोई ऐसा क्षेत्र छोड़ा नहीं जहां पे घोटाला ना हुआ। इसलिए इन लोगों से आज लोग दुखी हो चुके हैं। वो तुलना करके देखते हैं कि एक तरफ नरेंद्र मोदी की सरकार जो 10 वर्षों में कोई 1 रुपए का आरोप नहीं लगाया है, दूसरी ओर ऐसे 10 लोग इकट्ठे हुए हैं जो ऊपर से नीचे तक भ्रष्टाचार। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਲਹਿਜੇ 'ਚ ਜਵਾਬ ਦਿੱਤਾ ਹੈ ਤਾਂ ਸੀਐਮ ਭਗਵੰਤ ਮਾਨ ਨੇ ਪੁੱਛਿਆ ਕਿ ਕਿਸ ਹੈਸੀਅਤ ਦੇ ਨਾਲ ਬੁਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁੱਛਿਆ ਕਿ ਕਿਉਂ ਕਿਸੇ ਖਾਸ ਦਿਨ ਤੇ ਹੀ ਈਡੀ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜਦੀ ਹੈ। ਕਾਬਲੇ ਗੌਰ ਹੈ ਕਿ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਈਡੀ ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ 5 ਵਾਰ ਸਮਨ ਦੇ ਚੁੱਕੀ ਹੈ, ਪਰ ਹਰ ਵਾਰ ਆਮ ਆਦਮੀ ਪਾਰਟੀ ਸਮਨ ਤੇ ਜਵਾਬ ਦਿੰਦੀ ਹੈ, ਸਵਾਲ ਚੁੱਕਦੀ ਹੈ ਤੇ ਕਹਿੰਦੀ ਹੈ ਕਿ ਇਹ ਸਮਨ ਨਹੀਂ ਸਿਰਫ ਸਿਆਸਤ ਹੈ। ਡੈਸਕ ਤੋਂ ਬਿਊਰੋ ਰਿਪੋर्ट न्यूज़ 18 पंजाब।
अगर संविधान ही ना रहा। ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਵਿੱਚ ਬੋਲੇ ਨੇ। ਸੰਬੋਧਨ ਕੀਤਾ ਗਿਆ ਉਹਨਾਂ ਵੱਲੋਂ। ਰਾਸ਼ਟਰਪਤੀ ਦੇ ਭਾਸ਼ਣ ਤੇ ਕਨਕਲੂਡਿੰਗ ਸਪੀਚ ਦਿੱਤੀ ਗਈ ਔਰ ਈਡੀ ਦੀ ਕਾਰਵਾਈ ਦਾ ਉਹਨਾਂ ਜ਼ਿਕਰ ਕੀਤਾ। ਈਡੀ ਦੀ ਕਾਰਵਾਈ ਤੇ ਪੀਐਮ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਏਜੰਸੀਆਂ ਐਕਸ਼ਨ ਲੈ ਰਹੀਆਂ ਨੇ ਔਰ ਭ੍ਰਿਸ਼ਟਾਚਾਰ ਤੇ ਐਕਸ਼ਨ ਦਾ ਵਿਰੋਧ ਕਰ ਰਹੇ ਨੇ। ਉਹਨਾਂ ਕਿਹਾ ਕਿ 10 ਸਾਲ ਪਹਿਲਾਂ ਸਦਨ 'ਚ ਭ੍ਰਿਸ਼ਟਾਚਾਰ ਤੇ ਚਰਚਾ ਹੁੰਦੀ ਸੀ। ਪਹਿਲਾਂ ਏਜੰਸੀਆਂ ਦੀ ਸਿਆਸੀ ਦੁਰਵਰਤੋਂ ਹੁੰਦੀ ਸੀ। ਕਾਂਗਰਸ ਦੇ ਸਮੇਂ ਈਡੀ ਨੇ 5000 ਕਰੋੜ ਜ਼ਬਤ ਕੀਤੇ। प्रधानमंत्री जी द्वारा, मोदी जी द्वारा जिस तरह से लोगों ने कहा कि किसान का 10 साल पहले हमारे सदन में, पार्लियामेंट में क्या चर्चा होती थी? सदन का पूरा समय घोटालों की चर्चा पर जाता था, भ्रष्टाचार की चर्चा पर जाता था, लगातार एक्शन की डिमांड होती थी। सदन यही मांग करता रहता था, एक्शन लो, एक्शन लो, एक्शन लो। वो कालखंड देश ने देखा है, चारों तरफ भ्रष्टाचार की खबरें रोजमर्रा। और आज जब भ्रष्टाचारियों पर एक्शन लिया जा रहा है तो लोग उनका समर्थन में हंगामा करते हैं। आदरणीय अध्यक्ष जी, इनके समय में एजेंसियों का सिर्फ और सिर्फ राजनीतिक उपयोग के लिए उपयोग किया जाता था, बाकी उनको कोई काम करने नहीं दिया जाता था। अब आप देखिए उनके कालखंड में क्या हुआ। पीएमएलए एक्ट के तहत हमने पहले के मुकाबले 2 गुने से अधिक केस दर्ज किए। कांग्रेस के समय में ईडी ने 5000 करोड़ रुपए की संपत्ति जब्त की। हमारे कार्यकाल में ईडी ने 1 लाख करोड़ रुपए की संपत्ति की। देश का लूटा हुआ माल देना ही पड़ेगा। और जिनका इतना सारा माल पकड़ा जाता हो, नोटों के ढेर पकड़े जाते हो, और ਤੇ 2024 ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਾਅਵਾ ਕੀਤਾ ਔਰ ਉਹਨਾਂ ਕਿਹਾ ਕਿ ਇਸ ਵਾਰ ਐਨਡੀਏ ਗੱਠਜੋੜ 400 ਦੇ ਪਾਰ ਜਾਏਗਾ। ਉਹਨਾਂ ਕਿਹਾ ਕਿ ਕੱਲੀ ਬੀਜੇਪੀ 370 ਸੀਟਾਂ ਜਿੱਤੇਗੀ ਤੇ ਐਨਡੀਏ ਗੱਠਜੋੜ ਮਿਲਾ ਕੇ 400 ਤੋਂ ਪਾਰ ਜਾਏਗਾ। ਉਹਨਾਂ ਕਿਹਾ ਕਿ ਇੰਡੀਆ ਗੱਠਜੋੜ ਦੀ ਅਲਾਈਨਮੈਂਟ ਵਿਗੜ ਗਈ ਹੈ ਔਰ ਸਾਡੀ ਸਰਕਾਰ ਦਾ ਹੁਣ ਤੀਸਰਾ ਕਾਰਜਕਾਲ ਦੂਰ ਰਹੀ। ਉਹਨਾਂ ਕਿਹਾ ਕਿ 125 ਦਿਨ ਬਾਅਦ ਸਾਡਾ ਤੀਜਾ ਕਾਰਜਕਾਲ ਸ਼ੁਰੂ ਹੋ ਜਾਣਾ ਹੈ। ਵਿਰੋਧੀ ਧਿਰਾਂ ਨੇ ਵਿਰੋਧੀ ਧਿਰ 'ਚ ਰਹਿਣ ਦਾ ਹੀ ਸੰਕਲਪ ਕੀਤਾ ਹੋਇਆ। ਪੀਐਮ ਨੇ ਕਿਹਾ ਕਿ ਵਿਰੋਧੀ ਧਿਰ ਚੋਣਾਂ ਲੜਨ ਦਾ ਹੌਸਲਾ ਤੱਕ ਗਵਾ ਚੁੱਕੀ ਹੈ। ਉਹਨਾਂ ਕਿਹਾ ਕਿ ਅਗਲੀਆਂ ਚੋਣਾਂ 'ਚ ਵਿਰੋਧੀ ਧਿਰ ਦਰਸ਼ਕ ਗੈਲਰੀ 'ਚ ਬੈਠੇਗੀ ਔਰ ਵਿਰੋਧੀ ਧਿਰ ਦੇ ਕਈ ਲੀਡਰ ਉਹਨਾਂ ਕਿਹਾ ਕਿ ਆਪਣੀਆਂ ਸੀਟਾਂ ਬਦਲਣੀਆਂ ਚਾਹੁੰਦੇ ਨੇ। ਕਈ ਵਿਰੋਧੀ ਲੀਡਰ ਰਾਜ ਸਭਾ ਦਾ ਰਸਤਾ ਤਲਾਸ਼ ਰਹੇ ਨੇ ਔਰ ਪੀਐਮ ਨੇ ਕਿਹਾ ਕਿ ਕਾਂਗਰਸ ਦੀ ਦੁਕਾਨ ਤੇ ਹੁਣ ਤਾਲਾ ਲੱਗਣ ਵਾਲਾ ਹੈ ਕਿਉਂਕਿ ਕਾਂਗਰਸ ਵਾਰ-ਵਾਰ ਇੱਕ ਹੀ ਪ੍ਰੋਡਕਟ ਲਾਂਚ ਕਰ ਰਹੀ ਹੈ ਔਰ ਕਾਂਗਰਸ ਦੀ ਸੁਸਤ ਰਫ਼ਤਾਰ ਦਾ ਕੋਈ ਮੁਕਾਬਲਾ ਨਹੀਂ। ਉਹਨਾਂ ਕਿਹਾ ਕਿ ਜੇ ਅਸੀਂ ਕਾਂਗਰਸ ਦੀ ਰਫ਼ਤਾਰ ਨਾਲ ਕੰਮ ਕਰਦੇ ਤਾਂ ਸਾਨੂੰ 100 ਸਾਲ ਲੱਗ ਜਾਂਦੇ। सरकार का तीसरा कार्यकाल भी बहुत दूर नहीं है। ज्यादा से ज्यादा 100-125 दिन बाकी है और अब की बार पूरा देश कह रहा है, अब की बार खड़गे जी भी कह रहे हैं, हमारा तीसरा कार्यकाल बहुत बड़े फैसलों का होगा। देश को अगले 1000 वर्षों तक समृद्ध और सिद्धि के शिखर। एनडीए को तो 400 पार कर पाई के रहेगा, लेकिन भारतीय जनता पार्टी को 370 सीट अवश्य देगा।
बीजेपी को 370 सीट और एनडीए को 400 पार। भानुमति का कुनबा जोड़ा, लेकिन फिर एकला चलो रे करने लग गए। कांग्रेस के लोगों ने नया नया मोटर मैकेनिक का काम सीखा है और इसलिए अलाइनमेंट क्या होता है उसका ज्ञान तो हो गया होगा, लेकिन मैं देख रहा हूं अलायंस का ही अलाइनमेंट बिगड़ गया। अपने इस कुनबे में अगर एक दूसरे पर विश्वास नहीं है तो ये लोग देश पर विश्वास कैसे करेंगे। ਤੇ ਲੋਕ ਸਭਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਦਾ ਮੁੱਦਾ ਚੱਕਿਆ ਗਿਆ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਤੇ 5 ਸਾਲਾਂ 'ਚ ਬੇਹੱਦ ਕਰਜ਼ਾ ਵਧਿਆ ਹੈ। 58% ਕਰਜ਼ੇ ਦੇ ਵਿੱਚ ਕਿਸਾਨਾਂ ਦੇ ਕਰਜ਼ੇ 'ਚ ਵਾਧਾ ਹੋਇਆ। ਉਹਨਾਂ ਕਿਹਾ ਕਿ ਸਭ ਤੋਂ ਵੱਧ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਹੈ। ਪੰਜਾਬ ਦੇ ਹਰ ਕਿਸਾਨ ਪਰਿਵਾਰ ਤੇ ਕਰਜ਼ਾ ਹੈ ਤੇ ਉਹਨਾਂ ਕਿਹਾ ਕਿ ਦੇਸ਼ 'ਚ ਹਰ ਘੰਟੇ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। 2021 'ਚ ਉਹਨਾਂ ਕਿਹਾ ਕਿ 10,800 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਕਿ 50% ਕਿਸਾਨ ਪਰਿਵਾਰ ਅੱਜ ਕਰਜ਼ਾਈ ਹੋ ਗਏ ਨੇ ਤੇ 5 ਸਾਲਾਂ 'ਚ ਇਹ ਕਰਜ਼ਾ 58% ਵੱਧ ਗਿਆ ਦੇਸ਼ ਦੇ ਕਿਸਾਨਾਂ ਦੇ ਉੱਤੇ। ਤੇ ਆ ਵੀ ਇੱਕ ਸੈਂਟਰ ਆਫ ਸਾਇੰਸ ਐਂਡ এনवायरमेंट ਜਿਹੜਾ ਡੇਟਾ ਦੱਸਦੀ ਹੈ ਕਿ ਕੱਲੇ 2021 'ਚ 10,880 ਕਿਸਾਨਾਂ ਨੇ ਖੁਦਕੁਸ਼ੀ, ਮਤਲਬ ਸਾਡੇ ਦੇਸ਼ 'ਚ ਹਰ ਘੰਟੇ 'ਚ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਤੇ ਕਿਤੇ ਨਾ ਕਿਤੇ ਕਿਸਾਨੀ ਸੰਕਟ ਹੈਗੀ। ਮੈਂ ਆਪਣੇ ਸੂਬੇ ਪੰਜਾਬ ਜਿਹੜਾ ਕ੍ਰਿਸ਼ੀ ਦੇਸ਼ ਸੂਬਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂ ਤੇ ਸਭ ਤੋਂ ਵੱਧ ਕਰਜ਼ਾਈ ਪੰਜਾਬ ਦੇ ਕਿਸਾਨ ਹੈਗੇ। ਅੱਜ ਪੰਜਾਬ ਜਿੱਥੇ 80-85% ਸਭ ਸਮਾਲ ਤੇ ਮਾਰਜਨਲ 5 ਏਕੜ ਵਾਲੇ 3-3 ਲੱਖ ਦਾ ਕਰਜ਼ਾਈ ਹਰੇਕ ਕਿਸਾਨੀ ਘਰ ਦੇ ਉੱਤੇ ਹੈਗਾ। ਇਹ ਕਿਸਾਨੀ ਸੰਕਟ ਬਹੁਤ ਵੱਡਾ ਹੈਗਾ ਤੇ